ਲੋਕਾਂ ਕੋਲ ਤਾਂ ਇਸ ਟਾਈਮ ਮਤਲਬ ਰੋਜੀ ਰੋਟੀ ਤੋਂ ਵੀ ਬਹੁਤ ਔਖੇ ਹੋਏ ਹੋਏ ਆ। ਮਤਲਬ ਕੰਮ ਕਰ ਹੈ ਨਹੀਂ, ਪਿਛਲੀ ਸੇਵਿੰਗ ਸਾਰੀ ਆਪਣੀ ਖਾ ਚੁੱਕੇ ਆ। ਟੋਟਲ ਮੈਂ ਕਹੂੰਗਾ ਵੀ ਇਸ ਕੰਮ ਦੇ ਵਿੱਚ ਜਿਹੜੀ ਆ ਮੋਦੀ ਸਰਕਾਰ ਆ ਬਿਲਕੁਲ ਫੇਲ ਆ। ਸਾਡਾ ਜਿਹੜੀ ਇਨਵੈਸਟਮੈਂਟ ਹੋਈ ਹੈ ਸਾਡੇ ਕੰਮ ਬਿਲਕੁਲ ਬੰਦ ਹੈ। ਪਬਲਿਕ ਨੂੰ ਕੁਝ ਨਹੀਂ ਪਤਾ, ਪਬਲਿਕ ਸਾਰੀ ਬੇਵਕੂਫ ਆ ਟੋਟਲ। ਇੱਕੋ ਇੱਕ ਡੀਸੀ ਜਿਹੜੇ ਸਿਆਣੇ ਜਿਹੜੇ ਮੈਂ ਤਾਂ ਇਹ ਕਹੂੰਗਾ ਵੀ ਰੋਟੀ ਤੋਂ ਵੀ ਔਖੇ ਹੋਏ ਆ ਸਾਰੇ ਬੰਦੇ। ਔਰ 5 ਵਜੇ ਵੀ ਖੋਲਣ ਦਾ ਲੋਕਾਂ ਨੂੰ ਵੀ ਬਹੁਤਾ ਸੁੱਖ ਨਹੀਂ ਹੋਇਆ। 1.5 ਸਾਲ ਦੇ ਵਿੱਚ ਇੰਨਾ ਰੁਪਈਆ ਬਚਿਆ ਸਰਕਾਰ ਕੋਲ, ਉਹ ਰੁਪਈਆ ਜਿਹੜਾ ਵਾ ਵੀ ਉਹ ਹੁਣ ਲੋਕਾਂ 'ਚ ਕਿਉਂ ਨਹੀਂ ਵੰਡ ਦਿੱਤਾ ਜਾਂਦਾ। स्वागत है जी सैलेड न्यूज़ चैनल देख रहे सारे दर्शकों का। मैं हाँ शिवम, मेरे नाल ने कैमरा पर्सन अक्षय जी और अज ਅਸੀਂ ਆਏ ਹੋਏ ਹਾਂ ਮੋਲ ਟਾਊਨ ਮਾਰਕੀਟ ਦੇ ਵਿਚਾਲੇ। ਸੋ ਲਗਾਤਾਰ ਇੱਕ ਜਿਹੜੀ ਸਮੱਸਿਆ ਬਣੀ ਹੋਈ ਹੈ ਕਰੋਨਾ ਨੂੰ ਲੈ ਕੇ, ਫਿਰ ਚਾਹੇ ਉਹ ਦੁਕਾਨਦਾਰਾਂ ਦਾ ਪਾਲਣ ਪੋਸ਼ਣ ਕਰਨਾ ਹੋਵੇ, ਪਰਿਵਾਰ ਸੰਬੰਧੀ ਦਿੱਕਤਾਂ ਹੋਣ ਜਾਂ ਫਿਰ ਰੋਜੀ ਰੋਟੀ ਨੂੰ ਲੈ ਕੇ ਹੋਵੇ, ਲਗਾਤਾਰ ਤੁਹਾਨੂੰ ਆਪਾਂ ਵੱਖ-ਵੱਖ ਵਪਾਰੀਆਂ ਨਾਲ ਵੱਖ-ਵੱਖ ਇਲਾਕੇ ਵਿੱਚ ਜਾ ਕੇ ਉੱਥੋਂ ਦੇ ਜਿਹੜੇ ਲੋਕ ਨੇ, ਜਿਹੜੇ ਉੱਥੋਂ ਦੇ ਮਾਰਕੀਟ ਦੇ ਵਪਾਰੀ ਨੇ, ਉਹਨਾਂ ਨਾਲ ਜਿਹੜੀ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਲਗਾਤਾਰ ਜਿਹੜਾ ਉਹ ਕਰਨਾ ਪੈ ਰਿਹਾ। ਸੋ ਅੱਜ ਅਸੀਂ ਖੜੇ ਹਾਂ ਮੋਲ ਟਾਊਨ ਮਾਰਕੀਟ ਦੇ ਵਿਚਾਲੇ ਔਰ ਮੇਰੇ ਨਾਲ ਜਿਹੜੇ ਮਾਰਕੀਟ ਦੇ ਪ੍ਰਧਾਨ ਸਾਹਿਬ ਨੇ ਵੀ ਮੌਜੂਦ ਨੇ ਔਰ ਮਾਰਕੀਟ ਜਿਹੜੇ ਹੋਰ ਵਪਾਰੀ ਨੇ ਉਹ ਵੀ ਇਸ ਸਮੇਂ ਮੇਰੇ ਨਾਲ ਮੌਜੂਦ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮੌਜੂਦ ਨੇ ਇਸ ਸਮੇਂ ਸਰਦਾਰ ਅਮਰਜੀਤ ਸਿੰਘ ਜੀ ਐਡਵੋਕੇਟ ਜੀ ਨੇ, ਜੋ ਕਿ ਮੋਲ ਟਾਊਨ ਮਾਰਕੀਟ ਦੇ ਪ੍ਰਧਾਨ ਜੀ ਵੀ ਨੇ। ਆਪਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਮੇਨਲੀ ਇੱਕ ਕੀ ਦਿੱਕਤ ਹੈ ਜਿਹੜੀ ਕਿ ਕਰੋਨਾ ਦੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸਰਕਾਰ ਵੱਖ-ਵੱਖ ਸਕੀਮਾਂ ਲਿਆਂਦੀ, ਵੱਖ-ਵੱਖ ਪਾਲਿਸੀਜ਼ ਲਿਆਂਦੀ ਹੈ, ਪਰ ਫਿਰ ਵੀ ਜੇਕਰ ਆਪਾਂ ਮਾਰਕੀਟ ਦਾ ਹਾਲ ਦੇਖੀਏ ਤਾਂ ਪੈਸਾ ਰੈਗੂਲੇਟ ਨਹੀਂ ਹੋ ਪਾ ਰਿਹਾ। ਇੰਡੀਅਨ ਇਕਨੋਮੀ ਜਿਹੜੀ ਹੈ ਲਗਾਤਾਰ ਜਿਹੜੀ ਗਿਰਦੀ ਜਾ ਰਹੀ ਹੈ। ਸਰ, ਕੀ ਦਿੱਕਤ ਕਿੱਥੇ ਹੈ? ਦਿੱਕਤ ਤਾਂ ਦੇਖੋ, ਇੱਕ ਤਾਂ ਸਾਰਿਆਂ ਨਾਲੋਂ ਵੱਡੀ ਜਿਹੜੀ ਕਰੋਨਾ ਦੀ ਦਿੱਕਤ ਹੀ ਆ। ਜਿਹੜਾ ਤਕਰੀਬਨ 1.5 ਸਾਲ ਹੋ ਗਿਆ ਜਿਹੜੇ ਕਰੋਨਾ ਦੀ ਮਹਾਮਾਰੀ ਜਿਹੜੀ ਚੱਲੀ ਆ, ਤੇ ਉਹਦੇ ਨਾਲ ਕਾਰੋਬਾਰ ਤਾਂ ਬਹੁਤ ਜ਼ਿਆਦਾ ਡਾਊਨ ਹੋਏ ਆ। ਮਤਲਬ ਹਾਲਾਂਕਿ ਜਿਹੜਾ ਪਹਿਲਾ ਲੋਕਡਾਊਨ ਲੱਗਿਆ ਸੀ ਉਹ ਫਸਟ ਲਾਸਟ ਮਾਰਚ ਦੇ ਵਿੱਚ, ਜਦੋਂ 2020 ਦੇ ਵਿੱਚ ਜਦੋਂ ਸਟਾਰਟ ਹੋਇਆ ਹੈ 21 ਤਰੀਕ ਨੂੰ ਲੋਕਡਾਊਨ, ਮਤਲਬ ਉਦੋਂ ਇਹ ਸੀਗਾ ਵੀ ਜਿਹੜੇ ਲੋਕਾਂ ਕੋਲ ਚਲੋ ਕਹਿ ਲਓ ਵੀ ਥੋੜਾ ਬਹੁਤ ਪੈਸਾ ਸਪੇਅਰ ਸੀਗਾ ਆਪਣੇ ਕੋਲ, ਅੰਦਰ ਪਿਆ, ਜਿਹੜਾ ਲੋਕਾਂ ਨੇ ਉਹ ਖਰਚ ਕੇ ਚਲੋ ਆਪਣੇ ਖਰਚੇ ਵਗੈਰਾ ਚਲਾ ਲਏ। ਬਟ ਹੁਣ ਤਾਂ ਇੰਨਾ ਕੁ ਬੁਰਾ ਹਾਲ ਹੋ ਗਿਆ ਵੀ ਉਸ ਤੋਂ ਬਾਅਦ ਕਿਉਂਕਿ ਇਨਕਮ ਹੋਈ ਨਹੀਂ, ਵਿੱਚ ਲੋਕਡਾਊਨ ਚੱਲਦੇ ਰਹੇ, ਬੰਦ ਕਦੀ 3 ਵਜੇ ਦੁਕਾਨਾਂ ਬੰਦ, ਕਦੀ 1 ਵਜੇ ਬੰਦ, ਕਦੀ ਕਿੱਦਾਂ ਬੰਦ, ਕਦੀ ਵੀਕਐਂਡ ਲੋਕਡਾਊਨ ਆ ਗਿਆ। ਉਹ ਮਤਲਬ ਪ੍ਰੋਪਰ ਬਿਜ਼ਨਸ ਚੱਲੇ ਹੀ ਨਹੀਂ ਪੂਰੇ ਸਾਲ ਦੇ ਵਿੱਚ। ਤੇ ਹੁਣ ਜਿਹੜਾ ਇੱਕਦਮ ਲੋਕਡਾਊਨ ਹੋਇਆ ਸੀਗਾ, ਜਿਹੜਾ ਇਹਨਾਂ ਨੇ ਗਵਰਨਮੈਂਟ ਨੇ ਆ ਕੇ ਚਲੋ ਜੋ ਵੀ 12 ਵਜੇ ਵਾਲਾ ਟਾਈਮ ਕੀਤਾ, ਫਿਰ 1 ਕਰਤਾ, ਫਿਰ 3 ਕਰਤਾ, ਹੁਣ ਚਲੋ 5 ਕਰਤਾ ਟਾਈਮ। ਸੋ ਲੋਕਾਂ ਕੋਲ ਤਾਂ ਇਸ ਟਾਈਮ ਮਤਲਬ ਰੋਜੀ ਰੋਟੀ ਤੋਂ ਵੀ ਬਹੁਤ ਔਖੇ ਹੋਏ ਹੋਏ ਆ। ਮਤਲਬ ਕੰਮ ਕਰ ਹੈ ਨਹੀਂ, ਪਿਛਲੀ ਸੇਵਿੰਗ ਸਾਰੀ ਆਪਣੀ ਖਾ ਚੁੱਕੇ ਆ, ਤੇ ਇਸ ਟਾਈਮ ਤਾਂ ਕੋਈ ਇੰਸਟਾਲਮੈਂਟ ਭਰਨ ਲਈ ਵੀ ਪੈਸੇ ਨਹੀਂ ਉਹਨਾਂ ਕੋਲ ਵੀ ਜਿਹੜੇ ਕੋਈ ਲੋਨ ਵਗੈਰਾ ਲੈ ਰਹੇ ਆ। ਸਰ, ਇੱਕ ਵੈਕਸੀਨ ਨੂੰ ਵੀ ਲੈ ਕੇ ਲੋਕਾਂ ਦਾ ਕਹਿਣਾ ਵਾ ਕਿ ਪਹਿਲਾਂ ਤੇ ਆਪਾਂ ਜੇਕਰ ਗੱਲ ਕਰੀਏ ਕਿ ਲੋਕ ਸਾਲ ਭਰ ਤੱਕ ਵੈਕਸੀਨ ਨੂੰ ਉਡੀਕਦੇ ਰਹੇ, ਤੇ ਜਦੋਂ ਹੁਣ ਵੈਕਸੀਨ ਦੀ ਉਡੀਕ ਕੀਤੀ ਜਾ ਰਹੀ ਹੈ, ਕਾਫੀ ਸਾਰੇ ਲੋਕ ਤੇ ਕੁਝ ਇਹ ਵੀ ਕਹਿੰਦੇ ਨੇ ਕਿ ਜੇਕਰ ਆਪਾਂ ਸਾਲਾਂ ਦੀ ਗੱਲ ਕਰੀਏ, ਕਾਫੀ ਜਿਹੜੇ ਮਹਿੰਗੇ ਚਾਰजेस ਨੇ ਉਹ ਲਈ ਜਾ ਰਹੇ ਨੇ। ਪਰ ਜੇਕਰ ਲੋਕ ਜਿੱਦਾਂ ਮੁਫਤ ਵੈਕਸੀਨ ਲਵਾ ਜਾਂਦੇ ਨੇ, ਉੱਥੇ ਸਰ ਓਵਰ ਹੀ ਗੈਦਰਿੰਗ ਹੁੰਦੀ ਹੈ, ਓਵਰ ਹੀ ਰਸ਼ ਹੁੰਦਾ ਕਿ ਲੋਕ ਜਿਹੜੇ ਆ ਵੈਕਸੀਨ ਲਵਾਉਣ ਤੋਂ ਵੀ ਵਾਂਝੇ ਰਹਿ ਰਹੇ ਆ। ਦੇਖੋ, ਵੈਕਸੀਨ ਦਾ ਜਿਹੜਾ ਚੱਕਰ ਹੈ ਨਾ, ਲਾਸਟ ਜਦੋਂ ਪਹਿਲਾਂ ਕਰੋਨਾ ਆਇਆ ਨਾ ਪਿਛਲੇ ਸਾਲ, ਚਲੋ ਉਦੋਂ ਆਪਣੇ ਕੋਲ ਕੋਈ ਵੀ ਇਲਾਜ ਨਹੀਂ ਸੀਗਾ, ਆਪਾਂ ਨੂੰ ਕੁਝ ਨਹੀਂ ਸੀ ਪਤਾ ਵੀ ਇਹ ਕਰੋਨਾ ਜਿਹੜਾ ਬਿਮਾਰੀ ਹੈ ਕਿੱਥੋਂ ਆਈ ਆ, ਕਿੱਦਾਂ ਆਉਂਦੀ ਆ, ਔਰ ਬੰਦੇ 'ਚ ਕਿੱਦਾਂ ਵੜ ਜਾਂਦੀ ਆ। ਬਿਲਕੁਲ, ਪਹਿਲਾਂ ਤਾਂ ਸਾਰਾ ਕੁਝ ਹਨੇਰੇ 'ਚ ਹੀ ਸੀਗਾ, ਬਟ ਹੁਣ ਇਹ ਚੀਜ਼ ਬਿਲਕੁਲ ਸਾਹਮਣੇ ਆ ਚੁੱਕੀ ਹੈ ਵੀ ਇਹ ਇਸ ਵੈਕਸੀਨ ਦੇ ਨਾਲ ਜਿਹੜੀ ਹੈ ਇਹ ਠੀਕ ਹੋ ਜਾਂਦੀ ਆ। ਸੋ ਇਹ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਵੀ ਉਹ ਮੈਡੀਸਨ ਜਿਹੜੀ ਆ ਆਪਣੀ ਪ੍ਰੋਡਕਸ਼ਨ ਵਧਾਉਣ, ਆਪਣੀਆਂ ਕੰਪਨੀਆਂ ਨੂੰ ਕਹਿ ਕੇ, ਚਾਹੇ ਉਹ ਫਾਰਮੂਲੇ ਦੂਜੀਆਂ ਕੰਪਨੀਆਂ ਨੂੰ ਦੇ ਕੇ ਹੋਰ ਪ੍ਰੋਡਕਸ਼ਨ ਨੂੰ ਵਧਾਉਣ, ਚਾਹੇ ਬਾਹਰੋਂ ਅਰੇਂਜ ਕਰਨ। ਉਹਦੇ ਸੈਂਟਰ ਗਵਰਨਮੈਂਟ ਦੀ ਡਿਊਟੀ ਆ, ਪਰ ਜਿਹੜੀ ਉਹ ਡਿਊਟੀ ਨਹੀਂ ਕਰ ਰਹੇ। ਔਰ ਟੋਟਲ ਮੈਂ ਕਹੂੰਗਾ ਵੀ ਇਸ ਕੰਮ ਦੇ ਵਿੱਚ ਜਿਹੜੀ ਆ ਮੋਦੀ ਸਰਕਾਰ ਆ ਬਿਲਕੁਲ ਫੇਲ ਆ। ਜੀ ਸਰ, ਤੁਸੀਂ ਬਤੌਰ ਜਿਹੜਾ ਇੰਸਟੀਚਿਊਟ ਚਲਾਉਂਦੇ ਹੋ, ਕੋਚਿੰਗ ਇੰਸਟੀਚਿਊਟ, ਸਰ ਲੰਬੇ ਸਮੇਂ ਤੋਂ ਜੇਕਰ ਆਪਾਂ ਗੱਲ ਕਰੀਏ ਕਿ ਸਭ ਤੋਂ ਪਹਿਲਾਂ ਜੇਕਰ ਕੁਝ ਬੰਦ ਹੁੰਦਾ ਤਾਂ ਜਿਮ, ਸਲੂਨ ਤੇ ਕੋਚਿੰਗ ਸੈਂਟਰ ਸਭ ਤੋਂ ਪਹਿਲਾਂ ਬੰਦ ਕਰ ਦਿੱਤੇ ਜਾਂਦੇ ਆ। ਸਰ, ਕਿਵੇਂ ਤੁਸੀਂ ਗੁਜ਼ਾਰਾ ਕਰ ਰਹੇ ਹੋ? ਜਿਹੜੇ EMPLOYEES ਤੁਹਾਡੇ ਕੋਲ ਬਤੌਰ ਕੰਮ ਕਰ ਰਹੇ ਸੀ, ਉਹਨਾਂ ਦੀ ਜਿਹੜੀ ਇਨਕਮ ਹੈ ਉਹ ਕਿੱਦਾਂ ਜਨਰੇਟ ਹੋ ਰਹੀ ਹੈ? ਫਿਲਹਾਲ ਦੇ ਤੌਰ ਤੇ ਸਰ ਤੁਹਾਡਾ ਏਡਾ ਵੱਡਾ ਜਿੱਦਾਂ ਕੋਚਿੰਗ ਇੰਸਟੀਚਿਊਟ ਹੈ, ਤੁਸੀਂ ਮੇਬੀ ਕੋਈ ਇਨਵੈਸਟਮੈਂਟ ਵੀ ਕੀਤੀ ਹੋਗੀ ਜਾਂ ਕੋਈ ਕਰਜ਼ਾ ਵੀ ਲਿਆ ਹੋਏਗਾ। ਸਰ, ਕਿੱਦਾਂ ਗੁਜ਼ਾਰਾ ਹੋ ਰਿਹਾ? ਕਿੱਦਾਂ ਤੁਹਾਡਾ ਮਤਲਬ ਜਦੋਂ ਕਹਿ ਲਓ ਘਰ 'ਚ ਰੋਜੀ ਰੋਟੀ ਚੱਲ ਰਹੀ ਹੈ, ਔਰ ਜਿਹੜੇ EMPLOYEE ਤੁਹਾਡੇ ਨਾਲ ਜੁੜੇ ਹੋਏ ਸੀ, ਤੁਹਾਡਾ ਇਨਕਮ ਸੋਰਸ ਸੀ ਜੋ ਕਿ ਤੁਹਾਡੇ ਤੋਂ ਕਮਾ ਕੇ ਆਪਣਾ ਘਰੇ ਜਿਹੜਾ ਪਾਲਣ ਪੋਸ਼ਣ ਕਰਦੇ ਸੀ, ਉਹਨਾਂ ਦਾ ਸਰ ਫਿਲਹਾਲ ਦੇ ਕੀ ਮਤਲਬ ਕੀ ਸਿਚੁਏਸ਼ਨ ਬਣ ਰਹੀ ਹੈ? ਇਸ ਟਾਈਮ ਤਾਂ ਇੰਸਟੀਚਿਊਟ ਦੇ ਸਾਰੇ ਕੰਮ ਬਿਲਕੁਲ ਬੰਦ ਹੋ ਜਾਂਦੇ ਨੇ, ਨੁਕਸਾਨ ਬਹੁਤ ਜ਼ਬਰਦਸਤ ਹੋ ਰਿਹਾ ਵਾ। ਹੁਣ ਜਿਹੜੇ ਸਾਡੇ ਸਟਾਫ ਵੀ ਹੈਗੇ ਆ ਉਹ ਘਰੇ ਬੈਠੇ ਆ, ਉਹਨਾਂ ਨੂੰ ਕੁਛ ਨਾ ਕੁਛ ਅਸੀਂ ਥੋੜੀ ਹੈਲਪ ਆਪਣੇ ਵੱਲੋਂ ਕਰਦੇ ਹਾਂ, ਬਟ ਉਹ ਕਿੰਨਾ ਚਿਰ ਕਰਾਂਗੇ ਅਸੀਂ? ਸਾਰੇ ਉਹ ਵੀ ਉਹਨਾਂ ਨੂੰ ਉਨੀ ਹੈਲਪ ਨਹੀਂ ਕਰਦੇ, ਉਹਨਾਂ ਦੇ ਘਰ ਨਹੀਂ ਜਾ ਸਕਦੇ ਵੀ ਜਿੰਨੀ ਹੈਲਪ ਅਸੀਂ ਕਰ ਸਕੀਏ, ਥੋੜਾ ਬਹੁਤਾ ਜ਼ਰੂਰ ਕਰਦੇ ਹਾਂ ਅਸੀਂ। ਬਾਕੀ ਸਾਡਾ ਜਿਹੜੀ ਇਨਵੈਸਟਮੈਂਟ ਹੋਈ ਹੈ, ਸਾਡੇ ਕੰਮ ਬਿਲਕੁਲ ਬੰਦ ਆ ਇਸ ਟਾਈਮ। ਸਾਨੂੰ ਤਾਂ ਰੋਟੀ ਤੋਂ ਵੀ ਔਖੇ ਹੋਏ ਆ ਸਾਰੇ ਬੰਦੇ। ਇਹਦੇ ਬਾਰੇ ਵੀ ਜਿਵੇਂ ਦੁਕਾਨਾਂ ਨੂੰ ਟਾਈਮ ਦਿੰਦੇ ਆ, ਤਾਂ ਇਹਦੇ ਵਾਸਤੇ ਵੀ ਕੁਝ ਦੁਕਾਨ ਨੂੰ ਟਾਈਮ ਦੇਣਾ ਚਾਹੀਦਾ ਨਹੀਂ ਖੋਲ੍ਹਣ ਦਾ, ਕਿਉਂਕਿ ਇਹਦੀ ਇੰਨਾ ਜ਼ਿਆਦਾ ਰਸ਼ ਤਾਂ ਹੁੰਦਾ ਨਹੀਂ, ਫਿਰ ਵੀ ਕੁਛ ਨਾ ਕੁਛ ਤਾਂ ਕਰਨਾ ਹੀ ਚਾਹੀਦਾ ਉਹਨਾਂ ਨੂੰ।
ਸਰ ਅਕਸਰ ਦੇਖਿਆ ਕਿ ਸਰਕਾਰ ਜਿਹੜਾ ਕਹਿੰਦੀ ਵੀ ਹੈ ਕਿ ਆਪਾਂ ਸਟੈਪ ਬਾਈ ਸਟੈਪ ਤਰੀਕੇ ਨਾਲ ਚੱਲ ਰਹੇ, ਜਿਵੇਂ ਕਿ ਪਹਿਲਾਂ ਦੁਕਾਨਾਂ 12 ਵਜੇ ਤੱਕ ਸੀ, ਜਦਕਿ ਉਹ ਕਹਿੰਦੇ ਕਿ ਸਵੇਰੇ 5 ਵਜੇ ਆਓ 12 ਵਜੇ ਤੱਕ ਕੰਮ ਕਰੋ, ਉਸ ਤੋਂ ਬਾਅਦ 1 ਵਜੇ ਹੋਇਆ, ਫਿਰ 3 ਵਜੇ ਹੋਇਆ ਤੇ ਹੁਣ 5 ਵਜੇ ਹੋ ਗਿਆ। ਸਰ ਅਜਿਹਾ ਕਰਕੇ ਕਿ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਲੋਕਾਂ ਦਾ ਸਰਵਾਈਵਲ ਹੈ ਕਿ ਉਹ ਠੀਕ ਹੋ ਪਾਏਗਾ, ਕਿ ਜੋ ਵਪਾਰ ਲੁਧਿਆਣਾ ਕਹਿੰਦੇ ਕਿ ਮਾਨਚੈਸਟਰ ਆਫ ਇੰਡੀਆ ਹੈ ਨਾ, ਤੇ ਸਰ ਜਿਹੜਾ ਲੁਧਿਆਣਾ ਇੱਕ ਹੋਜ਼ਰੀ ਜਿਹੜਾ ਵੱਡਾ ਹੱਬ ਵੀ ਆ, ਔਰ ਕਾਫੀ ਸਾਰੇ ਵਪਾਰ ਜਿਹੜੇ ਨੇ ਇੱਥੋਂ ਲਿੰਕ ਹੁੰਦੇ ਨੇ, ਕਹਿੰਦਾ ਮਤਲਬ ਕਿ ਇੱਥੋਂ ਪੈਸਾ ਟੁੱਟਦਾ ਤਾਂ ਸਾਰੇ ਪਾਸੇ ਰੈਗੂਲੇਟ ਹੁੰਦਾ। ਸਰ ਕੀ ਇਸ ਟਾਈਮ ਮਾਰਕੀਟ ਦੇ ਵਿੱਚ ਪੈਸਾ ਹੈ, ਔਰ ਕੀ ਸਰ ਜਿਹੜੀ ਜੀ ਸਰਕਾਰ ਗੱਲਾਂ ਕਰਦੀ ਹੈ ਕਿ ਆਪਾਂ ਮਾਰਕੀਟ ਦੇ ਵਪਾਰੀਆਂ ਦੇ ਹੱਕ ਦੇ ਵਿੱਚ ਹਾਂ, ਉਹਨਾਂ ਦੇ ਹਮੇਸ਼ਾ ਹੱਕ ਦੀ ਗੱਲ ਕਰਦੇ ਹਾਂ, ਸਰ ਕਿੰਨੀ ਕੁ ਹੱਕ ਦੇ ਵਿੱਚ ਨੇ ਕੇਂਦਰ ਦੀ ਸਰਕਾਰ ਵੀ, ਔਰ ਸਰ ਤੁਹਾਡਾ ਕੀ ਖਿਆਲ ਹੈ? ਦੇਖੋ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਮੈਂ ਕਹੂੰਗਾ ਵੀ ਜਿਹੜਾ ਇੱਕ ਤਾਂ ਸਰਕਾਰਾਂ ਜਿਹੜੀਆਂ ਨਾ ਟੋਟਲ ਜਿਵੇਂ ਆਪਣੇ ਡੀਸੀ ਸਾਹਿਬ ਹੁੰਦੇ ਆ, ਉਹਨਾਂ ਦੇ ਉੱਤੇ ਡਿਪੈਂਡੈਂਟ ਹੁੰਦੇ ਆ, ਉਹ ਸਮਝਦੇ ਆ ਵੀ ਜਿਹੜਾ ਸਾਰੀ ਦੁਨੀਆ ਨਾਲੋਂ ਇੱਕ ਸਿਆਣਾ ਬੰਦਾ ਉਹੀ ਹੁੰਦਾ ਜਿਹੜਾ ਇੱਕ ਡੀਸੀ ਲੱਗ ਜਾਂਦਾ, ਤੇ ਬਾਕੀ ਜਿੰਨੇ ਬੰਦੇ ਆ ਨਾ ਬੇਵਕੂਫ ਆ। ਮਤਲਬ ਜੋ ਮੈਂ ਸਮਝ ਸਕਿਆ ਸਾਰੀ ਗੱਲ ਦੇ ਵਿੱਚ ਵੀ ਡੀਸੀ ਸਾਹਿਬ ਕਹਿਣਗੇ ਵੀ ਦੁਕਾਨਾਂ 1 ਵਜੇ ਤੱਕ ਖੁੱਲਣਗੀਆਂ ਤੇ ਕਰੋਨਾ ਨਹੀਂ ਆਊਗਾ, ਤਾਂ ਫਿਰ ਉਹ 1 ਵਜੇ ਤੱਕ ਖੁੱਲਣਗੀਆਂ, ਕਰੋਨਾ ਨਹੀਂ ਆਊਗਾ। ਉਹ ਕਹਿਣਗੇ ਹੁਣ 3 ਵਜੇ ਤੱਕ ਤੁਸੀਂ ਖੋਲੋ ਜੀ, ਤਾਂ ਮਤਲਬ ਕਰੋਨਾ ਨਹੀਂ ਆਊਗਾ, ਤਾਂ ਫਿਰ ਉਹ ਨਹੀਂ ਆਊਗਾ। ਜੇ ਉਹ ਕਹਿਣ 5 ਵਜੇ ਤੱਕ ਖੋਲੋ ਤਾਂ ਨਹੀਂ ਆਊਗਾ। ਜੇ ਉਹ ਕਹਿੰਦੇ ਜੀ ਹੁਣ ਮੈਂ 5 ਕਰਤਾ ਜੀ, ਲੋਕਡਾਊਨ ਸ਼ਨੀ ਤੇ ਐਤਵਾਰ ਲੋਕਡਾਊਨ ਰਹੂਗਾ ਬਿਲਕੁਲ, ਮਤਲਬ ਇਹ ਉਹਨਾਂ ਨੂੰ ਪਤਾ ਸਾਰਾ ਕੁਝ, ਪਬਲਿਕ ਨੂੰ ਕੁਝ ਨਹੀਂ ਪਤਾ, ਪਬਲਿਕ ਸਾਰੀ ਬੇਵਕੂਫ ਆ ਟੋਟਲ। ਇੱਕੋ ਇੱਕ ਡੀਸੀ ਜਿਹੜੇ ਸਿਆਣੇ, ਜਿਹੜੇ ਮੈਂ ਤਾਂ ਇਹ ਕਹੂੰਗਾ ਵੀ ਇੱਕ ਤਾਂ ਸੈਂਟਰ ਗਵਰਨਮੈਂਟ ਨੂੰ ਵੀ ਇਹ ਮਤਲਬ ਮੈਂ ਇਹਨਾਂ ਨੂੰ ਆਪਣੇ ਵੱਲੋਂ ਰਿਕੁਐਸਟ ਵੀ ਕਰਦਾ ਵੀ ਕਾਈਂਡਲੀ ਜਿਹੜਾ ਇਹੋ ਜਿਹਾ ਸਿਆਣੇ ਬੰਦੇ ਆ ਨਾ, ਇਹਨਾਂ ਦੇ ਥੋੜਾ ਜਿਹਾ ਯਕੀਨ ਘੱਟ ਹੀ ਕਰੋ, ਕਿਉਂਕਿ ਇਹ ਬਹੁਤ ਜ਼ਿਆਦਾ ਸਿਆਣਾ ਵਰਤਣ ਲੱਗ ਗਏ ਆ ਔਰ ਲੋਕਾਂ ਨੂੰ ਬੇਵਕੂਫ ਸਮਝਦੇ ਆ ਬਿਲਕੁਲ ਟੋਟਲ। ਔਰ ਇਹਨਾਂ ਦਾ ਕੰਮ ਹੀ ਇਹੀ ਆ ਵੀ ਅਸੀਂ ਜੋ ਰਾਤ ਨੂੰ ਇਹਨਾਂ ਦੇ ਮਨ 'ਚ ਕੋਈ ਫੈਸਲਾ ਆਉਂਦਾ ਉਹੋ ਜਿਹਾ ਦੱਸ ਦਿੰਦੇ ਆ, ਲੋਕਾਂ ਨੂੰ ਕਹਿੰਦੇ ਵੀ ਉਹੀ ਇੰਪਲੀਮੈਂਟ ਕਰੋ। ਔਰ ਲੋਕਾਂ ਨੂੰ ਹੱਥ ਜੋੜ ਕੇ ਇਦਾਂ ਗੱਲ ਕਰਨਗੇ, ਮੈਂ ਖੁਦਾ ਦਾ ਵਾਸਤਾ ਦਿੰਦਾ ਜੀ, ਮੈਂ ਦਿੰਦਾ ਜੀ। ਹੁਣ ਜੇ ਕਹਿੰਦਾ ਵੀ ਮੈਂ ਇਹਨਾਂ ਨੂੰ ਖੁਦਾ ਦਾ ਵਾਸਤਾ ਦੇਵਾਂ, ਵੀ ਖੁਦਾ ਦਾ ਵਾਸਤਾ ਜੀ ਤੁਸੀਂ ਸ਼ਨੀਵਾਰ ਜਾਂ ਐਤਵਾਰ ਖੋਲ ਦਿਓ, ਤੇ ਖੁਦਾ ਦਾ ਵਾਸਤਾ ਮੰਨਣਗੇ? ਲੋਕਾਂ ਦਾ ਮਨਾਈ ਜਾਂਦੇ ਧੱਕੇ ਨਾਲ, ਕਿਉਂਕਿ ਇਹਨਾਂ ਕੋਲ ਪਾਵਰ, ਉਹ ਲੋਕਾਂ ਦੀ ਮਜਬੂਰੀ ਆ ਵੀ ਇਹਨਾਂ ਦਾ ਆਰਡਰ ਮੰਨਣਾ ਪੈਂਦਾ। ਅਦਰਵਾਈਜ਼ ਹੁਣ ਜੇ 5 ਵਜੇ ਤੱਕ ਦੇਖੋ ਮਾਹੌਲ ਥੋੜਾ ਕਾਫੀ ਸਹੀ ਆ, ਜੇ ਤੁਸੀਂ 5 ਵਜੇ ਕਰਤਾ ਤਾਂ ਸੈਟਰਡੇ ਸੰਡੇ ਕਿਉਂ ਬੰਦ ਰੱਖਿਆ ਹੋਇਆ, ਜਿਹੜਾ ਵੀਕਡੇ ਨੂੰ ਕੰਮ ਹੁੰਦਾ? ਔਰ 5 ਵਜੇ ਵੀ ਖੋਲਣ ਦਾ ਲੋਕਾਂ ਨੂੰ ਕੋਈ ਬਹੁਤਾ ਸੁੱਖ ਨਹੀਂ ਹੋਇਆ। ਸੁੱਖ ਜਿਹੜਾ ਵਾ ਤਕਰੀਬਨ ਉਹ ਘੱਟ ਤੋਂ ਘੱਟ ਵੀ 7 ਵਜੇ ਤੱਕ ਟਾਈਮ ਹੋਣਾ ਚਾਹੀਦਾ ਸੀ, ਕਿਉਂਕਿ ਅੱਜ ਕੱਲ੍ਹ ਇੰਨੀ ਗਰਮੀ ਆ, ਇੰਨੀ ਜ਼ਿਆਦਾ ਬੁਰਾ ਹਾਲ ਆ ਵੀ ਦੁਪਹਿਰ ਦੇ ਟਾਈਮ ਦਾ ਕਸਟਮਰ ਹੀ ਨਹੀਂ ਨਿਕਲਦਾ। ਕੋਈ ਮਜਬੂਰੀ ਵਾਲਾ ਭਾਵੇਂ ਕੋਈ ਲੈਣ ਆ ਜਾਵੇ, ਅਦਰਵਾਈਜ਼ ਨਹੀਂ ਕੋਈ ਨਿਕਲਦਾ। ਕਸਟਮਰ ਜਿਹੜਾ ਹੁੰਦਾ 5 ਤੋਂ ਲੈ ਕੇ ਤਕਰੀਬਨ 9 ਵਜੇ ਤੱਕ ਜੋ ਕੰਮ ਚੱਲਦੇ ਦੁਕਾਨਾਂ ਦੇ ਰੂਟੀਨ 'ਚ ਇਹ ਚੱਲ ਰਿਹਾ। ਸੋ ਟਾਈਮਿੰਗ ਜਿਹੜਾ ਚਲੋ 9 ਨਹੀਂ ਤੁਸੀਂ 7 ਕਰ ਲਓ। ਸੋਸ਼ਲ ਡਿਸਟੈਂਸਿੰਗ ਕਰਾਓ, ਆਪਣੇ ਜਿਹੜੇ ਚੀਜ਼ਾਂ ਇੰਪਲੀਮੈਂਟ ਕਰਾਓ, ਫੈਸਿਲਿਟੀਜ਼ ਵਧਾਓ ਹਸਪੀਟਲਸ ਦੀਆਂ, ਮਤਲਬ ਆਪਣੇ ਕੰਮਾਂ 'ਚ ਧਿਆਨ ਦਿਓ। ਮੈਡੀਕਲ ਸਟਾਫ ਨੂੰ ਆਪਣੇ ਨੂੰ ਦੇਖੋ, ਆਪਣੀਆਂ ਜਿਹੜੀਆਂ ਤੁਹਾਡੀਆਂ ਆਹ ਹੈਗੀਆਂ ਡਿਸਪੈਂਸਰੀਜ਼ ਆ ਉਹਨਾਂ ਨੂੰ ਦੇਖੋ। ਡੀਸੀ ਸਾਹਿਬ ਨੂੰ ਜਿਹਦਾ ਵੀ ਧਿਆਨ ਉਹਨਾਂ ਵੱਲ ਜ਼ਿਆਦਾ ਦੇਣ, ਉਹ ਬਜਾਏ ਕਿ ਲੋਕਾਂ ਨੂੰ ਬੰਦ ਕਰਾਉਣ ਤੇ ਲੱਗੇ ਹੋਏ ਆ ਸਾਰੀ ਚੀਜ਼ਾਂ। ਸੋ ਮੈਨੂੰ ਲੱਗਦਾ ਥੋੜੀ ਸਿਆਣਾ ਬੰਦ ਨੂੰ ਘੱਟ ਦੇਖਣੀ ਚਾਹੀਦੀ ਹੈ, ਜ਼ਿਆਦਾ ਦੇਖਣੀ। ਸਰ ਅਕਸਰ ਹੀ ਆਪਾਂ ਮਾਰਕੀਟ ਦੇ ਬਾਰੇ ਨਾਲ ਗੱਲ ਕੀਤੀ ਹੈ, ਉਹ ਕਹਿੰਦੇ ਆ ਕਿ ਜਦੋਂ ਵੀ ਕੋਈ ਰੂਲਸ ਲਗਾਏ ਜਾਂਦੇ, ਤੁਹਾਡੇ ਦੁਕਾਨਦਾਰ ਦੇ ਜਿਵੇਂ ਲਗਾਏ ਗਏ ਨੇ, ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ। ਜਦੋਂ ਸਾਡਾ ਕੋਈ ਮੌਤਬਾਰ ਵਿਅਕਤੀ ਹੋਵੇ ਜਿਸ ਨੂੰ ਬੁਲਾਇਆ ਜਾਵੇ, ਇੱਕ ਮੀਟਿੰਗ ਕੀਤੀ ਜਾਵੇ, ਦੱਸਿਆ ਜਾਵੇ ਕਿ ਇਹ ਡਿਸੀਜਨ ਦੁਕਾਨਦਾਰ ਲਈ ਸਹੀ ਵੀ ਹੈ ਕਿ ਨਹੀਂ ਹੈ, ਬਿਨਾਂ ਕਿਸੇ ਮਤਲਬ ਪੁੱਛਗਿੱਛ ਤੋਂ, ਬਿਨਾਂ ਕਿਸੇ, ਜਿਵੇਂ ਕਿ ਤੁਸੀਂ ਕਿਹਾ ਕਿ ਇੱਕ ਬੌਸ ਹੈ ਤੇ ਉਹਨੇ ਜੋ ਡਿਸੀਜਨ ਆਪ ਨੂੰ ਸੋਚ ਲਿਆ ਉਹਨੇ ਅਗਲੇ ਨੇ ਲੈ ਲਿਆ, ਸਰ ਕਿੰਨਾ ਕੁ ਵਾਜਿਬ? ਨਹੀਂ, ਇਹਦੇ ਬਾਰੇ ਨਾ ਮੈਂ ਲਾਸਟ ਅੱਗੇ ਵੀ ਇੱਕ ਇੰਟਰਵਿਊ ਦਿੱਤੀ ਸੀਗੀ, ਜਦੋਂ ਪਿਛਲੀ ਵਾਰੀ ਇਹਨਾਂ ਨੇ ਟਾਈਮ ਕੀਤਾ ਸੀ ਨਾ ਤਕਰੀਬਨ 12 ਵਜੇ ਤੱਕ ਬੰਦਰਾ ਆਇਆ ਸੀ, ਸਵੇਰੇ 5 ਤੋਂ 12 ਤੱਕ। ਉਦੋਂ ਇਹਨਾਂ ਨੇ ਸਾਰੇ, ਇੱਕ ਬੜੀ ਖੁਸ਼ੀ ਹੋਈ ਸੀ ਉਦੋਂ ਵੀ, ਇਹਨਾਂ ਨੇ ਨਾ ਸਾਰੇ ਸ਼ਹਿਰ ਦੇ ਪ੍ਰਧਾਨ ਜਿਹੜੇ ਆ ਆਨਲਾਈਨ ਉਹਨਾਂ ਨਾਲ ਮੀਟਿੰਗ ਕੀਤੀ ਸੀਗੀ ਇਹਨਾਂ ਨੇ। ਪਰ ਸਾਨੂੰ ਵੀ ਬੜੀ ਖੁਸ਼ੀ ਹੋਈ ਸੀ ਯਾਰ ਵੀ ਸਾਡੇ ਵਿਊਜ਼ ਲੈ ਜਾ ਰਹੇ ਆ, ਵੀ ਚਲੋ ਸਾਨੂੰ ਵੀ ਥੋੜਾ ਸਿਆਣਾ ਸਮਝਿਆ ਗਿਆ, ਵੀ ਗੈਸ ਕਾਬਲ ਸਮਝਿਆ ਗਿਆ ਵੀ ਅਸੀਂ ਸਲਾਹ ਦਈਏ। ਬਟ ਜਿਹੜੀਆਂ ਸਲਾਹਾਂ ਸਾਰਿਆਂ ਨੇ ਦਿੱਤੀਆਂ ਸੀ ਨਾ, ਉਹ ਇਹਨਾਂ ਨੇ ਕੋਈ ਵੀ ਇੰਪਲੀਮੈਂਟ ਨਹੀਂ ਕੀਤੀ। ਉਸ ਤੋਂ ਉਲਟ ਕੰਮ ਹੋਇਆ। ਉਸ ਤੋਂ ਉਲਟ ਹੋਇਆ। ਇਹਨਾਂ ਨੇ ਚੱਕ ਕੇ ਆਰਡਰ ਆਪਣੇ ਹਿਸਾਬ ਨਾਲ ਕਰਤਾ। ਬਾਅਦ ਚ ਲੋਕਾਂ ਨੂੰ ਸਮਝਾਉਣ ਲੱਗੇ ਵੀ ਨਹੀਂ ਜੀ ਐ ਨਹੀਂ, ਐ ਕਰਕੇ ਇਸ ਕਰਕੇ ਕੀਤਾ ਜੀ, ਉਹ ਕਰੋਨਾ ਇਸ ਕਰਕੇ। ਚਲੋ ਮੈਂ ਦੂਜੇ ਪਾਸੇ ਆ ਜਾਂਦਾ ਵੀ ਡੀਸੀ ਸਾਹਿਬ, ਮੈਂ ਤੁਹਾਡੀ ਗੱਲ ਮੰਨ ਕੇ ਦੇਖੋ, ਸਾਡੀ ਮਜਬੂਰੀ ਕਹਿ ਲਓ ਜਾਂ ਕੁਝ ਕਹਿ ਲਓ, ਸਾਨੂੰ ਤੁਹਾਡੇ ਆਰਡਰ ਮੰਨਣੇ ਹੀ ਪੈਣੇ ਆ। ਅਸੀਂ ਤੁਹਾਡਾ, ਤੁਸੀਂ ਜੋ ਆਰਡਰ ਕਰਤਾ ਕਿਉਂਕਿ ਅਸੀਂ ਨਹੀਂ ਮੰਨਾਂਗੇ, ਉਹਦੀ ਸਖਤੀ ਨਾਲ ਸਾਡੇ ਤੋਂ ਕਰਾਓਗੇ, ਚਲਾਨ ਕੱਟੋਗੇ, ਕੁਝ ਹੋਰ ਕਰੋਗੇ, ਸੋ ਸਾਡੀ ਤਾਂ ਮਜਬੂਰੀ ਆ, ਸਾਨੂੰ ਕਰਨਾ ਪਿਆ। ਪਰ ਡੀਸੀ ਸਾਹਿਬ ਤੁਸੀਂ ਬੜੇ ਸਿਆਣੇ ਹੋਗੇ ਜਿਹੜਾ ਉੱਥੇ ਬਹਿ ਕੇ ਕਹਿਤਾ ਵੀ ਨਹੀਂ ਜੀ ਇਸ ਕਰਕੇ ਮੈਂ 12 ਵਜੇ ਕੀਤਾ ਜੀ, ਵੀ ਆ ਕਰਕੇ ਇਦਾਂ ਕਰੋਨਾ ਹੋ ਜਾਣਾ ਸੀ, ਨਹੀਂ ਇਦਾਂ ਖਤਮ ਹੋ ਜਾਣਾ, ਇਦਾਂ ਕਰ ਲੈਣਾ। ਫਿਰ ਉਹ ਪੁੱਛੇ ਜਿਹੜੇ ਦੂਜੇ ਡੀਸੀ ਲੱਗੇ ਆ ਉਸ ਟਾਈਮ, ਜਿਵੇਂ ਜਲੰਧਰ ਆ, ਬਠਿੰਡੇ ਆ ਜਾਂ ਹੋਰ ਏਰੀਆ 'ਚ, ਔਰ ਉਹਨਾਂ ਦੇ ਕੰਮਾਂ 'ਚ ਟਾਈਮ 'ਚ ਫਰਕ ਸੀਗਾ। ਫਿਰ ਆਪਾਂ ਕਿਹੜੇ ਡੀਸੀ ਨੂੰ ਸਿਆਣਾ ਮੰਨੀਏ ਵੀ ਤੁਹਾਡੇ ਵੀਰ ਨੂੰ ਅਸੀਂ ਕਿਵੇਂ ਹਜਮ ਕਰੀਏ? ਜਾਂ ਤਾਂ ਤੁਸੀਂ ਸਾਰੇ ਡੀਸੀ ਇਕੱਠੇ ਬਹਿ ਕੇ ਇੱਕ ਆਪਣੀ ਸਲਾਹ ਕਰਕੇ ਕਰੋ ਨਾ ਵੀ ਅਸੀਂ ਸਾਰੇ ਸਿਆਣੇ ਬੰਦੇ ਆ ਜੀ, ਅਸੀਂ ਸਾਰੇ ਸਿਆਣੇ ਇਹ ਗੱਲ ਕਹਿੰਦੇ ਆ ਵੀ 12 ਵਜੇ ਤੱਕ ਹੀ ਖੋਲਣਾ ਚਾਹੀਦਾ। ਹੁਣ ਸਾਰੇ ਸਿਆਣਿਆਂ ਦੇ ਵਿੱਚ ਵੀ ਫਰਕ ਹੈ। ਤੁਸੀਂ ਕਹਿੰਦੇ ਹੋ 12 ਵਜੇ ਤੱਕ, ਦੂਜਾ ਕਹਿੰਦਾ ਜੀ ਮੈਂ 3 ਵਜੇ ਤੱਕ, ਇੱਕ ਨੇ 5 ਵਜੇ ਤੱਕ ਖੋਲਤਾ, ਇੱਕ ਨੇ 7 ਵਜੇ ਤੱਕ ਖੋਲਤਾ, ਫਿਰ ਕਿਸੇ ਨੇ ਆਡੀਬਲ ਕਰਤਾ। ਸੋ ਕਿਹਦੀ ਸਿਆਣ ਮੰਨੀ ਜਾਵੇ?
ਸਰ ਤੁਹਾਨੂੰ ਨਹੀਂ ਲੱਗਦਾ ਕਿ ਮੋਦੀ ਸਾਹਿਬ ਜਿਹੜੀ ਇੱਕ ਆਪਾਂ ਗੱਲ ਵੀ ਸੁਣੀ ਕਿ ਜਿਹੜਾ ਪਰਿਵਾਰ ਦਾ ਮੋਢੀ ਹੁੰਦਾ ਹੈ, ਜਦੋਂ ਕੋਈ ਵੀ ਪਰਿਵਾਰ ਤੇ ਵੱਡੀ ਦਿੱਕਤ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆਉਂਦੀ ਹੈ, ਸਭ ਤੋਂ ਵੱਡੀ ਜ਼ਿੰਮੇਵਾਰੀ ਪਰਿਵਾਰ ਦੇ ਮੁਖੀ ਦੀ ਹੁੰਦੀ ਹੈ। ਤੇ ਉਹ ਪਰਿਵਾਰ ਦੇ ਮੁਖੀ ਨੇ ਕੀ ਕੀਤਾ, ਆਪਣੀ ਜ਼ਿੰਮੇਵਾਰੀ ਅੱਗੇ ਸੁੱਟਦੀ, ਅਗਲੇ ਨੇ ਉਸ ਤੋਂ ਅੱਗੇ ਸੁੱਟਦੀ, ਅਗਲੇ ਨੇ ਉਸ ਤੋਂ ਅੱਗੇ ਸੁੱਟਦੀ। ਤੁਹਾਨੂੰ ਇਸ ਚੀਜ਼ ਵਿੱਚ ਲੱਗਦਾ ਨਹੀਂ ਕੀ ਚੀਜ਼ ਹੈ ਕਿ ਕੇਂਦਰ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਲੈਣ ਦੀ ਬਜਾਏ ਸ਼ਹਿਰ ਦੇ ਡੀਸੀਆਂ ਦੀ ਜ਼ਿੰਮੇਵਾਰੀ ਜਿਹੜੀ ਜਲਦੀ ਸ਼ਹਿਰ ਦੇ ਡੀਸੀਆਂ ਤੱਕ ਪਹੁੰਚ ਗਈ। ਸਰ ਉਹ ਪਤਾ ਕੀ ਹੈ ਜੀ, ਜਦੋਂ ਇੱਕ ਪ੍ਰਧਾਨ ਮੰਤਰੀ ਆਉਂਦਾ ਇਹੋ ਜਿਹਾ ਵਾ ਵੀ ਉੱਥੇ ਇੱਕ ਬਹੁਤ ਪੜ੍ਹਿਆ ਲਿਖਿਆ ਤੇ ਬੜਾ ਸੂਝਵਾਨ ਬੰਦਾ ਚਾਹੀਦਾ ਹੁੰਦਾ, ਜਿਹਨੂੰ ਆਪ ਨੂੰ ਬਹੁਤ ਨੌਲੇਜ ਹੋਵੇ, ਜਿਹੜਾ ਕਿ ਇੱਕ ਵਾਰੀ ਆਈਐਸ ਅਫਸਰਾਂ ਨਾਲੋਂ ਵੀ ਜਿਹੜਾ ਜ਼ਿਆਦਾ ਸੂਝਵਾਨ ਹੋਵੇ। ਮਤਲਬ ਇਹ ਹੈ ਵੀ ਹੁਣ ਇਹ ਸਾਡੇ ਦੇਸ਼ 'ਚ ਕੀ ਪ੍ਰੋਬਲਮ ਆ ਵੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਅਫਸਰਾਂ ਤੇ ਡਿਪੈਂਡੈਂਟ ਆ, ਜਦ ਕਿ ਅਫਸਰਾਂ ਨੂੰ ਪ੍ਰਧਾਨ ਮੰਤਰੀ ਦੀਆਂ ਗਾਈਡਲਾਈਨਸ ਲੈਣੀਆਂ ਚਾਹੀਦੀਆਂ ਵੀ ਉਹ ਪ੍ਰਧਾਨ ਮੰਤਰੀ ਇੰਨਾ ਸਿਆਣਾ ਹੋਣਾ ਚਾਹੀਦਾ ਵੀ ਮਤਲਬ ਉਹ ਇਦਾਂ ਗਾਈਡ ਕਰੇ ਵੀ ਇਹ ਜਿਹੀਆਂ ਇੰਸਟਰਕਸ਼ਨਸ ਲਾਗੂ ਕਰੇ ਵੀ ਇਦਾਂ ਕਰਕੇ ਇਹ ਕਰਵਾਓ ਅੱਗੇ, ਪਰ ਉਹ ਇਹਨਾਂ ਤੇ ਡਿਪੈਂਡੈਂਟ ਆ ਕਿਉਂਕਿ ਉਹਨੂੰ ਵਿਚਾਰੇ ਨੂੰ ਪਤਾ ਹੀ ਕੁਛ ਨਹੀਂ। ਇੱਕ ਅਨਪੜ੍ਹ ਆਦਮੀ ਆ, ਦੇਖੋ ਉਹ ਹੁਣ ਕਹਿੰਦਾ ਮੋਦੀ ਦਾ ਕਹਿੰਦਾ ਮੈਂ ਚਾਹ ਬਣਾਉਂਦਾ ਸੀਗਾ, ਉਹ ਹੁਣ ਚਾਹ ਬਣਾਉਣ ਵਾਲਾ ਬੰਦਾ ਦੇਖੋ ਜੀ ਹੁਣ ਤਾਂ ਦੇਸ਼ ਕਿੱਥੋਂ ਬਣਾ ਸਕਦਾ, ਕਿੱਥੋਂ ਚਲਾ ਸਕਦਾ ਦੇਸ਼, ਮੈਨੂੰ ਇਹ ਦੱਸੋ। ਉਹ ਕਿਤੇ ਨਾ ਕਿਤੇ ਸਾਡੀ ਪਬਲਿਕ ਦੀ ਵੀ ਗਲਤੀ ਹੈ ਵੀ ਜਿਹੜੇ ਆਪਾਂ ਅੱਖਾਂ ਵਿੱਚ ਕੇ ਵੋਟਾਂ ਪਾਉਂਦੇ ਆ ਵੀ ਪਾ ਦਿਓ ਜੀ ਪਾ ਦਿਓ, ਅੱਛੇ ਦਿਨ ਆਣੇ ਵਾਲੇ, ਅੱਛੇ ਦਿਨ ਆਣੇ ਵਾਲੇ ਆ, ਕਿੱਥੇ ਅੱਛੇ ਦਿਨ ਆਉਂਦੇ ਆ, ਆਉਂਦੇ ਕਿਤੇ। ਸਰ ਤੇਲ ਦੀ ਕੀਮਤਾਂ ਬਾਰੇ ਕੀ ਕਹਿਣਾ ਚਾਹੋਗੇ? ਅੱਛੇ ਦਿਨ ਦੀ ਗੱਲ, ਤੇਲ ਦੀਆਂ ਕੀਮਤਾਂ ਸਰ ਬੰਦਿਆਂ ਦਾ ਬੁਰਾ ਹਾਲ ਕੀਤਾ ਪਿਆ ਉਹਨੇ, ਔਰ ਹਰ ਮਹਿੰਗਾਈ ਦਾ ਕਾਰਨ ਸਭ ਤੋਂ ਵੱਧ ਤੇਲ ਆ। ਟਰਾਂਸਪੋਰਟ ਮਹਿੰਗੀ ਹੋ ਗਈ, ਤਾਂ ਸਾਰਾ ਜਿਹੜਾ ਭਾਰ ਉਹਦਾ ਹੀ ਪੈਣਾ ਨਾ, ਆਫਟਰ ਆਲ ਤਾਂ ਸਾਰਾ ਲੋਡ ਜਿਹੜਾ ਵਾ ਉਹ ਰੇਟਾਂ ਤੇ ਹੀ ਪੈਣਾ, ਹਰ ਚੀਜ਼ ਦੇ ਉੱਤੇ, ਸਮਾਨ ਦੇ ਉੱਪਰ ਹੀ, ਉਹ ਪਬਲਿਕ ਤੇ ਬੋਝ ਪੈਣਾ ਸਾਰਾ ਇਹ। ਤੇ ਬਹੁਤ ਬੁਰਾ ਹਾਲ ਆ ਕੇ ਦੇਖੋ, ਤੇਲ ਅਸੀਂ ਪਾਉਂਦੇ ਸੀ, ਕੋਈ ਟਾਈਮ ਹੁੰਦਾ ਸੀ 500 ਰੁਪਏ ਦਾ ਗੱਡੀ 'ਚ ਪਵਾਈਦਾ ਸੀ, ਹੁਣ 1000 ਦਾ ਵੀ ਪਾਈਦਾ ਤਾਂ 500 'ਚ ਨਹੀਂ ਪੈਂਦਾ। ਮਤਲਬ ਹੁਣ ਸੋਚ ਰਹੇ ਆ ਵੀ ਇਹਨੂੰ 2000 ਕਰੀਏ ਆਪਣਾ, ਪਰ 2000 ਕਰਨ ਲਈ ਪਾਕਟ ਨਹੀਂ ਅਲਾਉ ਕਰਦੀ ਕਿਉਂਕਿ ਰੀਜ਼ਨ ਹੈ ਵੀ ਉਦੋਂ ਹੋ ਜੀ ਇਨਕਮ ਹੈ ਨਹੀਂ ਹੈ। ਹੁਣ ਤਾਂ ਸਾਈਕਲ ਲੈਣ ਦਾ ਸੋਚ ਰਹੇ ਆ ਵੀ ਸਾਈਕਲ ਲੈ ਲਈਏ ਇੱਕ। ਸਰ ਮੇਨ ਮੁੱਦਾ ਉਹੀ ਆਉਂਦਾ ਹੈ ਕਿ ਜੇਕਰ ਸਰਕਾਰ ਨਹੀਂ ਦੇਖੇਗੀ ਤਾਂ ਆਮ ਜਨਤਾ, ਇੱਕ ਤਾਂ ਕਰੋਨਾ ਕਰਕੇ ਪਹਿਲੇ ਹੀ ਜਿਹੜੇ ਉਹਨਾਂ ਕੋਲ ਜਿਹੜੇ ਪੈਸੇ ਨੇ ਜਿਹੜਾ ਆਪਣਾ ਘਰ ਪਰਿਵਾਰ ਚਲਾਉਣ ਦੇ ਲਈ ਉਹ ਵੀ ਅਵੇਲੇਬਲ ਨਹੀਂ ਹੈ, ਲੇਕਿਨ ਦੂਸਰੇ ਪਾਸੇ ਜਦੋਂ ਆਮ ਨਾਗਰਿਕ ਤੇ ਚਾਹੇ ਆਮ ਵਪਾਰੀ ਹੋਵੇ ਉਹਨਾਂ ਜਦੋਂ ਮਹਿੰਗਾਈ ਦੀ ਮਾਰ ਪੈਂਦੀ ਹੈ ਤਾਂ ਉਹ ਸਿਚੁਏਸ਼ਨ ਸਰ ਬੜੀ ਮੇਰੇ ਖਿਆਲ ਔਖੀ ਹੋਈ। ਮੈਂ ਨਾ ਤੁਹਾਨੂੰ ਇਹਦੇ ਤੇ ਗੱਲ ਕਹੂੰਗਾ, ਦੇਖੋ ਪਤਾ ਕੀ ਆ, ਸਰਕਾਰਾਂ ਡਿਵੈਲਪਮੈਂਟ ਤੇ ਪੈਸੇ ਲਾਉਂਦੇ ਆ, ਕਰਦੀਆਂ, ਟੈਕਸ ਵੀ ਇਕੱਠੇ ਕਰਦੀਆਂ, ਡਿਵੈਲਪਮੈਂਟ ਵੀ ਕਰਦੀਆਂ, ਚਾਹੇ ਘੱਟ ਕਰਦੀਆਂ ਵੱਧ ਕਰਦੀਆਂ, ਚਲੋ ਕੁਛ ਨਾ ਕੁਛ ਡਿਵੈਲਪਮੈਂਟ ਤਾਂ ਹੁੰਦੀ ਹੋਈ ਆ ਜੀ। ਬਟ ਜੋ ਮੈਂ ਸਮਝਦਾ ਵੀ ਪਿਛਲੇ ਤਕਰੀਬਨ 1.5 ਸਾਲ ਤੋਂ ਮੈਨੂੰ ਲੱਗਦਾ ਵੀ ਕੋਈ ਡਿਵੈਲਪਮੈਂਟ ਮੋਦੀ ਸਰਕਾਰ ਨੂੰ ਪੁੱਛੋ ਵੀ ਇਹਨਾਂ ਨੇ ਇੱਕ ਵੱਡਾ ਪ੍ਰੋਜੈਕਟ ਬਣਾਇਆ ਹੋਵੇ, ਕੁਝ ਵੀ ਵੱਡਾ ਕੁਝ ਲਿਆਂਦਾ ਹੋਵੇ, ਨਹੀਂ, ਕਿਉਂਕਿ ਡਿਊ ਟੂ ਕਰੋਨਾ ਹਰ ਬੰਦੇ ਮੋਦੀ ਸਾਹਿਬ ਨੇ ਆਪਣੇ ਘਰਾਂ 'ਚ ਬੈਠੇ ਆ। ਸਰ ਇੱਕ ਮੂਰਤੀ ਬਣਾਈ ਗਈ ਸੀ 3000 ਕਰੋੜ, ਹਾਂ, ਕੀ ਲੋੜ ਸੀ ਉਹਦੀ? ਇਹ ਜਿਹਾ ਪੈਸਾ ਲੋਕਾਂ ਦੀ ਐਜੂਕੇਸ਼ਨ ਲਈ, ਲੋਕਾਂ ਦੇ ਮੈਡੀਕਲ ਫੈਸਿਲਿਟੀਜ਼ ਲਈ ਕਿਉਂ ਨਹੀਂ ਵਰਤਿਆ ਜਾਂਦਾ, ਜਾਂ ਗਰੀਬਾਂ ਦਾ ਕਹਿ ਲਓ ਵੀ ਸਟੈਂਡਰਡ ਉੱਪਰ ਚੱਕਣ ਲਈ ਕਿਉਂ ਨਹੀਂ ਵਰਤਿਆ ਜਾਂਦਾ? ਲੋਕਾਂ ਨੂੰ ਗਰੀਬਾਂ ਨੂੰ ਕਿਤਾਬਾਂ ਮੁਫਤ, ਐਜੂਕੇਸ਼ਨ ਫ੍ਰੀ ਕਿਉਂ ਨਹੀਂ ਕਰ ਦਿੱਤੀ ਜਾਂਦੀ? ਉਹਨਾਂ 'ਚ ਕਿਉਂ ਨਹੀਂ ਪੈਸੇ ਲੈਂਦੇ? ਮੂਰਤੀਆਂ ਤੋਂ ਆਪਾਂ ਕੀ ਕਰਾਉਣਾ? ਜਾਂ ਮੂਰਤੀਆਂ ਬਣਾਉਣੀਆਂ ਸੈਕੰਡਰੀ ਆ, ਪਹਿਲਾਂ ਆਪਣੇ ਦੇਸ਼ ਦੀਆਂ ਜਿਹੜੀਆਂ ਨਾ ਆਪਣੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੋ, ਉਸ ਤੋਂ ਬਾਅਦ ਮੂਰਤੀਆਂ ਬਣਾਈ ਚੱਲੋ, ਫਿਰ ਕੀ ਫਰਕ ਪੈਂਦਾ? ਫਿਰ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ 1.5 ਸਾਲ ਦੇ ਵਿੱਚ ਇੰਨਾ ਰੁਪਈਆ ਬਚਿਆ ਸਰਕਾਰ ਕੋਲ, ਉਹ ਰੁਪਈਆ ਜਿਹੜਾ ਵਾ ਵੀ ਉਹ ਹੁਣ ਲੋਕਾਂ 'ਚ ਕਿਉਂ ਨਹੀਂ ਵੰਡ ਦਿੱਤਾ ਜਾਂਦਾ? ਹੁਣ ਬਾਹਰੋਂ ਮੈਡੀਸਨ ਕਿਉਂ ਨਹੀਂ ਮੰਗਾ ਹੋ ਰਹੀ ਇਹਨਾਂ ਕੋਲ? ਦੇਖੋ ਲੋਕ ਮਰ ਰਹੇ ਆ, ਔਰ ਮੈਂ ਕੱਲ ਪਰਸੋਂ ਇੱਥੇ ਗਿਆ ਆਪਣੇ ਕ੍ਰਿਮੀਨਲ ਗਰਾਊਂਡ ਦੇ ਵਿੱਚ, ਮਤਲਬ ਇੱਕ ਅਸੀਂ ਕ੍ਰਿਮੀਨਲ ਦਾ ਹੀ ਜਾ ਕੇ ਆਏ ਆ, ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਿੰਨੇ ਉਹਨਾਂ ਦੇ ਉਹ ਬਣੇ ਹੋਏ ਆ ਨਾ ਸਾਰੇ, ਉਹ ਜਿੱਥੇ ਤੱਕ ਰੱਖ ਕੇ ਕਰਦੇ ਆ, ਉਹ ਮਤਲਬ ਉਸ ਤੋਂ ਇਲਾਵਾ ਉਹਨੇ ਧਰਤੀ ਤੇ ਰੱਖ ਕੇ ਮਤਲਬ 4 ਕ੍ਰਿਮੀਨਲ ਹੋਰ ਕੀਤੀਆਂ, ਇੰਨੇ ਬੰਦੇ ਮਰ ਰਹੇ ਆ, ਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਆ? ਮੈਂ ਤਾਂ ਕਹੂੰਗਾ ਬਿਲਕੁਲ ਸੈਂਟਰ ਗਵਰਨਮੈਂਟ ਹੈ ਚੀਜ਼ ਦੀ, ਸੈਂਟਰ ਗਵਰਨਮੈਂਟ ਜ਼ਿੰਮੇਵਾਰ ਹੈ ਇਸ ਚੀਜ਼ ਦੀ, ਔਰ ਬਲਕਿ ਉਹਨਾਂ ਦੇ ਉੱਪਰ ਇਹਦਾ ਕ੍ਰਿਮੀਨਲ ਕੇਸ ਫॉर ਮਰਡਰ ਦਾ ਕੇਸ ਇਹਨਾਂ ਤੇ ਹੋਣਾ ਚਾਹੀਦਾ। ਮੋਦੀ ਸਾਹਿਬ ਤਾਂ ਕਹਿੰਦੇ ਮੈਂ ਪੀਐਮ ਕੇਅਰ ਫੰਡ ਬਣਾਇਆ ਤਾਂ ਕੀ ਇਹ ਫੰਡ ਹੈ ਕਿ ਜੁਮਲਾ ਜਿਹੜਾ ਕਿ ਲੋਕਾਂ ਨੂੰ ਇੱਕ ਜੁਮਲਾ ਦਿੱਤਾ ਜਾ ਰਿਹਾ? ਫੰਡ ਦੇ ਵਿੱਚ ਪੈਸੇ ਬਹੁਤ ਆਏ ਆ, ਕਾਫੀ ਸੁਣਿਆ ਸੀ, ਜਿਵੇਂ ਉਹ ਅਕਸ਼ੇ ਕੁਮਾਰ ਨੇ 25 ਕਰੋੜ ਦਿੱਤਾ ਸੀਗਾ, ਇਦਾਂ ਦੇ ਕਈ ਸੈਲੀਬ੍ਰਿਟੀਜ਼ ਨੇ, ਕਈਆਂ ਨੇ ਦਿੱਤੇ ਪੈਸੇ, ਕੁਝ ਬਾਹਰੋਂ ਵੀ ਫੰਡ ਆਏ ਆ, ਲੋਕ ਵਿਚਾਰੇ ਦੇ ਦਿੰਦੇ ਆ, ਪਰ ਮੈਂ ਤਾਂ ਲੋਕਾਂ ਨੂੰ ਵੀ ਕਹੂੰਗਾ ਵੀ ਇਹਨਾਂ ਨੂੰ ਫੰਡ ਦੇਣ ਦੀ ਜਿਹੜਾ ਡਾਇਰੈਕਟ ਦਾਨ ਕਰ ਦਿਆ ਕਰੋ ਕਿਤੇ, ਬਟ ਉਹ ਫੰਡ ਇਹਨਾਂ ਕੋਲ ਗਿਆ, ਉਹ ਇਹ ਚੀਜ਼ ਰਹਿ ਗਿਆ ਮੋਦੀ ਸਾਹਿਬ ਦੀ, ਉਹ ਮੋਦੀ ਸਾਹਿਬ ਵਾਲੀ ਇਹ ਚੀਜ਼ ਰਹਿ ਗਈ। ਹਾਂ, ਆਰਟੀਆਈ ਉਹਦੀ ਨਾਲ ਰੂਲ ਦੇਖੋ ਬਣਾਇਆ, ਜਿਹੜਾ ਕਿਹੜੇ ਟਾਈਮ ਤੇ ਬਣਾਇਆ ਵੀ ਅਸੀਂ ਇਹਦਾ ਹਿਸਾਬ ਨਹੀਂ ਕੋਈ ਲੈ ਸਕਦਾ ਜੀ। ਵਾਏ ਕਿਉਂ ਨਹੀਂ ਲੈ ਸਕਦਾ ਜੀ? ਬਸ ਤੁਸੀਂ ਆਪੇ ਸਮਝੋ ਵੀ ਹਿਸਾਬ ਨਹੀਂ ਦੇਣਾ ਕਿਉਂਕਿ ਅਸੀਂ ਲਾਉਣੇ ਨਹੀਂ, ਵੀ ਅਸੀਂ ਆਪਣੀ ਜੇਬ 'ਚ ਰੱਖਣੇ ਆ, ਤੁਸੀਂ ਸਭ ਤੋਂ ਹਿਸਾਬ ਨਾਲ ਪੁੱਛਿਓ ਉਹਦੇ ਬਾਰੇ। ਸੋ ਆਹ ਤਾਂ ਹਾਲ ਹੈ ਹਿੰਦੁਸਤਾਨ ਦਾ। ਸੋ ਤੁਹਾਡੇ ਨਾਲ ਆਪਾਂ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਮੋਲ ਟਾਊਨ ਦੇ ਵਪਾਰੀਆਂ ਦੇ, ਜਿਹੜੇ ਮਾਰਕੀਟ ਦੇ ਜਿਹੜੇ ਵਪਾਰੀ ਨੇ, ਔਰ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ, ਜਿਹਦੇ ਵਿੱਚ ਤੁਹਾਨੂੰ ਸੁਣਨ ਨੂੰ ਆਪੇ ਹੀ ਮਿਲ ਗਿਆ ਕਿ ਕੀ ਦਿੱਕਤਾਂ ਨੇ, ਕੀ ਮੁਸ਼ਕਲਾਂ ਨੇ ਜਿਹੜਾ ਸਾਹਮਣਾ ਇੱਕ ਆਮ ਜਨਤਾ ਨੂੰ ਕਰਨਾ ਪੈ ਰਿਹਾ। ਇੱਕ ਤਾਂ ਕਰੋਨਾ ਦੇ ਚਲਦਿਆਂ ਵੈਸੇ ਹੀ ਲੋਕਾਂ ਦੇ ਜਿਹੜੇ ਘਰ ਦੇ ਵਿੱਚ ਜਿਹੜੇ ਰੋਟੀ ਪਕਣੀ ਮੁਸ਼ਕਿਲ ਹੋ ਗਈ ਹੈ, ਔਰ ਦੂਸਰੇ ਪਾਸੇ ਜਿਹੜੀ ਮਹਿੰਗਾਈ ਦੀ ਮਾਰ ਹੈ ਉਹ ਆਮ ਜਨਤਾ ਨੂੰ ਸਹਿਣੀ ਪੈ ਰਹੀ ਹੈ।
ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਹਰ ਰੋਜ਼ ਜਿਹੜਾ ਤੇਲ ਹੈ ਹਰ ਰੋਜ਼ ਜਿਹੜਾ ਵੱਧ ਰਿਹਾ। ਸੋ ਕੇਂਦਰ ਦੀ ਸਰਕਾਰ ਨੂੰ ਤੇ ਸੋਚਣ ਦੀ ਜ਼ਰੂਰਤ ਹੈ ਕਿ ਜਿਹੜੇ ਇਦਾਂ ਦੇ ਵਪਾਰੀ ਨੇ, ਜਿਹੜੇ ਆਮ ਵਰਗ ਹੈ, ਉਹ ਜਿਹੜਾ ਵਾ ਕੀਤਾ ਜਾਏਗਾ। ਗਰੀਬ ਵਰਗ ਜਿਹੜਾ ਹੈ ਸਰਕਾਰੀ ਸਕੀਮਾਂ ਦਾ ਲਾਭ ਉਠਾ ਕੇ ਜਿਹੜਾ ਇੱਕ ਤਰੀਕੇ ਦੀ ਆਪਣੀ ਰੋਜੀ ਰੋਟੀ ਕਰ ਸਕਦਾ ਹੈ। ਜਿਹੜੇ ਅਮੀਰ ਵਿਅਕਤੀ ਉਸ ਕੋਲ ਪਹਿਲਾਂ ਹੀ ਇੰਨਾ ਕੁ ਤਾਂ ਧਨ ਜਿਹੜਾ ਇਕੱਠਾ ਹੁੰਦਾ ਕਿ ਆਪਣਾ ਜਿਹੜਾ ਗੁਜ਼ਾਰਾ ਹੈ ਉਹ ਕਰ ਸਕਦਾ ਹੈ। ਲੇਕਿਨ ਇੱਕ ਆਮ ਵਪਾਰੀ, ਇੱਕ ਆਮ ਵਰਗ ਜਿਹੜਾ ਕਿ ਇਸ ਸਮੇਂ ਮੇਰੇ ਨਾਲ ਵੀ ਖੜਾ, ਇਹਨਾਂ ਲੋਕਾਂ ਦਾ ਜਿਹੜਾ ਗੁਜ਼ਾਰਾ ਹੈ ਉਹ ਕਿੱਥੋਂ ਹੋਏਗਾ? ਇਹ ਇੱਕ ਵੱਡਾ ਪ੍ਰਸ਼ਨ ਜਿਹੜਾ ਸਰਕਾਰ ਦੇ ਲਈ ਰਹੇਗਾ। ਸੋ ਮੈਂ ਸੀ ਸ਼ਿਵਮ ਮਾਨ, ਮੇਰੇ ਨਾਲ ਨੇ ਕੈਮਰਾ ਪਰਸਨ ਸੰਨੀ ਜੀ। ਤੁਸੀਂ ਵੇਖ ਰਹੇ ਹੋ ਸੈਲਡ ਨਿਊਜ਼ ਚੈਨਲ। ਧੰਨਵਾਦ।